ਰਾਜੀਵ ਗਾਂਧੀ ਦੇ ਦੋਸ਼ੀਆਂ ਨੂੰ ਰਿਹਾ ਕਰਨ ਦੇ ਫੈਸਲੇ ਤੋਂ ਬਾਅਦ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਹੁਣ ਹੋਰ ਤੇਜ਼ ਹੋਣ ਲੱਗੀ ਆ। ਅਕਾਲੀ ਦਲ ਨੇ ਫਿਰ ਬੰਦੀ ਸਿੱਖਾਂ ਦਾ ਮਸਲਾ ਚੁੱਕਿਆ ਹੈ। ਵਿਕਰਮ ਮਜੀਠੀਆ ਨੇ ਕੇਂਦਰ ਤੇ ਦੋਹਰੇ ਮਾਪਦੰਡਾਂ ਦਾ ਇਲਜ਼ਾਮ ਲਗਾਇਆ। ਪੰਜਾਬੀਆਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ। ਵਿਕਰਮ ਮਜੀਠੀਆ ਦੇ ਵੱਲੋਂ ਕੇਂਦਰ ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਕੇਂਦਰ ਦੇ ਵੱਲੋਂ ਪੰਜਾਬੀਆਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ। ਰਾਜੀਵ ਗਾਂਧੀ ਦੇ ਕਾਤਲ ਰਿਹਾ ਤਾਂ ਬਿਲਕਿਸ ਬਾਨੋ ਦੇ ਗੁਨਾਹਗਾਰ ਰਿਹਾ, ਪਰ ਰਾਜੋਆਣਾ ਨੂੰ ਇੱਕ ਦਿਨ ਦੀ ਪੈਰੋਲ ਵੀ ਨਹੀਂ ਦਿੱਤੀ ਗਈ। ਇਸ ਨੂੰ ਲੈ ਕੇ ਕੇਂਦਰ ਤੇ ਵਿਕਰਮ ਮਜੀਠੀਆ ਨੇ ਸਵਾਲ ਖੜੇ ਕੀਤੇ ਨੇ। ਦਰਅਸਲ ਕੱਲ੍ਹ ਸੁਪਰੀਮ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਸੁਣਾਇਆ ਗਿਆ ਸੀਗਾ। ਰਾਜੀਵ ਗਾਂਧੀ ਦੇ ਦੋਸ਼ੀਆਂ ਨੂੰ ਰਿਹਾ ਕਰਨ ਦਾ ਫੈਸਲਾ ਸੁਣਾਇਆ ਗਿਆ ਤੇ ਉਸ ਤੋਂ ਬਾਅਦ ਹੁਣ ਫਿਰ ਅਕਾਲੀ ਦਲ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਕੇਂਦਰ ਤੇ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕੇਂਦਰ ਦੇ ਵੱਲੋਂ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਨੇ। ਜਿਹੜਾ ਤਮਿਲਨਾਡੂ 'ਚ ਕੋਈ ਰਹਿੰਦਾ ਹੈ ਉਹਦੇ ਲਈ ਕਾਨੂੰਨ ਵੱਖਰਾ, ਜਿਹੜਾ ਗੁਜਰਾਤ ਦਾ ਵਸਨੀਕ ਹੈ ਉਹਦੇ ਲਈ ਤਾਂ ਬਹੁਤ ਹੀ ਵੱਖਰਾ, ਤੇ ਜਿਹੜਾ ਪੰਜਾਬੀ ਹੈ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਵਰਗੇ ਜਿਨ੍ਹਾਂ ਨੇ 28 ਸਾਲ ਪੂਰੇ ਕਰ ਲਏ ਆ, ਇੱਕ ਵੀ ਉਸ ਇਨਸੀਡੈਂਟ ਤੋਂ ਬਾਅਦ ਕੋਈ ਮਾੜਾ ਕੰਡਕਟ ਨਹੀਂ, ਗੁੱਡ ਕੰਡਕਟ 'ਚ ਜੇਲ੍ਹ 'ਚ ਰਹੇ ਆ, ਫਿਰ ਭਾਈ ਉਹਨਾਂ ਨੂੰ ਪੈਰੋਲ ਤੱਕ ਨਾ ਮਿਲੇ, ਇੱਕ ਦਿਨ ਬਾਹਰ ਨਹੀਂ ਆ ਸਕਦੇ, ਹੋ ਆਪਦੇ ਪਰਿਵਾਰ ਦੇ ਕਿਸੇ ਸੁੱਖ ਦੁੱਖ 'ਚ ਸ਼ਾਮਿਲ ਨਹੀਂ ਹੋ ਸਕਦੇ, ਨਾ ਉਹਨਾਂ ਨੂੰ ਤੁਸੀਂ ਬਾਹਰ ਕੱਢੋ, ਨਾ ਉਹਨਾਂ ਦੀ ਜਿਹੜੀ ਸਜ਼ਾ 28 ਸਾਲ ਦੀ ਹੈ ਉਸ ਨੂੰ ਦੇਖਦੇ ਉਹਨਾਂ ਨੂੰ ਰਿਹਾ ਕਰੋ ਤੇ ਨਾ ਉਹਨਾਂ ਨੂੰ ਪੈਰੋਲ ਦਿਓ। ਤੇ ਫਿਰ ਕੀ ਇਹ ਦੋਹਰੇ ਮਾਪਦੰਡ ਨਹੀਂ? ਕੀ ਪੰਜਾਬੀ ਫਿਰ ਮਹਿਸੂਸ ਨਹੀਂ ਕਰੂ ਕਿ ਯਾਰ ਭਾਈ ਸਾਡੇ ਲਈ ਕਾਨੂੰਨ ਵੱਖਰਾ, ਉਹਨਾਂ ਦੀ ਜ਼ਮਾਨਤ ਆਉਂਦੀ ਹੈ ਤੇ ਸਾਰੀ ਸਰਕਾਰ ਉੱਤੇ ਜਾ ਕੇ ਵਿਰੋਧ 'ਚ ਖੜੀ ਹੋ ਜਾਂਦੀ ਹੈ। ਇਹਨਾਂ ਗੱਲਾਂ ਦਾ ਦੁੱਖ ਹੈ। ਇਸ ਲਈ ਮੈਂ ਅੱਜ ਵੀ ਅਪੀਲ ਕਰਦਾ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਕਿ ਤੁਸੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮੌਕੇ ਇੱਥੇ ਆ ਕੇ ਕਿਹਾ ਸੀਗਾ ਕਿ ਜਿਨ੍ਹਾਂ ਨੇ ਆਪਦੀ ਸਜ਼ਾ ਪੂਰੀ ਕਰ ਲਈ ਹੈ। ਸਜ਼ਾ ਪੂਰੀ ਦਾ ਮਤਲਬ ਕੀ? ਕਿਉਂਕਿ ਕੋਈ ਕਾਨੂੰਨ ਹੀ ਨਹੀਂ 28 ਸਾਲ ਦੀ ਸਜ਼ਾ, ਇਹ ਮਨੁੱਖੀ ਅਧਿਕਾਰਾਂ ਦਾ ਘਾਣ। ਤੇ ਮੈਂ ਬੇਨਤੀ ਕਰਦਾ ਕਿ ਜੋ ਆਪ ਦਾ ਤੁਹਾਡਾ ਵਾਅਦਾ ਉਹਨੂੰ ਪੂਰਾ ਕਰੋ, ਬੰਦੀ ਸਿੰਘਾਂ ਦੀ ਰਿਹਾਈ ਹੋਵੇ। ਉੱਥੇ ਵਿਕਰਮ ਮਜੀਠੀਆ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਤੇ ਨਾਲ ਹੀ ਅਕਾਲੀ ਦਲ ਤੋਂ ਬਾਗੀ ਹੋਏ ਜਗੀਰ ਕੌਰ ਤੇ ਵੀ ਨਿਸ਼ਾਨੇ ਸਾਧੇ। ਨਾਲ ਕਹਿਣਾ ਪੈਂਦਾ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਆਪ ਹੋਮ ਮਿਨਿਸਟਰ ਨੇ ਉਹਨਾਂ ਕੋਲ ਸਮਾਂ ਨਹੀਂ, ਨਾ ਸਮਾਂ ਨਾ ਸਮਝ, ਜਾ ਕੇ ਦੂਜੇ ਸੂਬਿਆਂ 'ਚ ਵੋਟ ਮੰਗਣ ਜਾਣ, ਮੈਨੂੰ ਉਹਦੇ 'ਚ ਕੋਈ ਇਤਰਾਜ਼ ਨਹੀਂ, ਜਾ ਕੇ ਤੁਸੀਂ ਉੱਥੇ ਭੰਗੜੇ ਪਾਉਂਦੇ ਹੋ ਜਦ ਕਿ ਇੱਥੇ ਰੋਜ਼ ਕਤਲ ਹੋ ਰਿਹਾ, ਇੱਥੇ ਰੋਜ਼ ਕਿਸੇ ਨਾ ਕਿਸੇ ਦਾ ਪੁੱਤ ਗੋਲੀਆਂ ਦੀ ਭੇਟ ਚੱਲ ਰਿਹਾ ਤੇ ਤੁਸੀਂ ਸੁੱਤੇ ਪਏ ਹੋ। ਇਸ ਗੱਲ ਦਾ ਮੈਨੂੰ ਦੁੱਖ ਹੈ। ਔਰ ਜਿਸ ਤਰੀਕੇ ਨਾਲ ਇੱਕ ਨਵੀਂ ਹਿੰਦੂ ਸਿੱਖ ਰੰਗਤ ਦਿੱਤੀ ਜਾ ਰਹੀ ਹੈ ਇਸ ਨੂੰ, ਜਿਹਦੇ ਨਾਲ ਮੈਂ ਸਮਝਦਾ ਇਸੇ ਭਾਈਚਾਰਕ ਸਾਂਝ ਨੂੰ ਜੋ ਜਿਸ ਤਰੀਕੇ ਨਾਲ ਸੱਟ ਮਾਰੀ ਜਾ ਰਹੀ ਹੈ ਬੜੀ ਖਤਰਨਾਕ ਹੈ। ਆਪਣੀ ਸਰਕਾਰਾਂ 'ਚ ਨੁਕਸੀ ਲੋਕਾਂ ਨੇ ਫਤਵਾ ਦੇਤਾ, ਉਹਨਾਂ ਨੂੰ ਬਦਲਤਾ। ਤੁਹਾਨੂੰ 8 ਮਹੀਨੇ ਹੋ ਗਏ, 8 ਮਹੀਨੇ 'ਚ ਤੁਸੀਂ ਕੀ ਕੀਤਾ? ਨਾ ਤੁਹਾਡੇ ਤੋਂ ਅੱਜ ਪੰਜਾਬ 'ਚ 3 ਲੱਖ ਕਰੋੜ ਦਾ ਕਰਜ਼ਾ ਖੜਾ ਹੋ ਗਿਆ, ਤੁਸੀਂ ਆਉਂਦੇ ਸਾਰ ਕਿੰਨਾ ਕਰਜ਼ਾ ਹੋਰ ਲੈ ਲਿਆ। ਕਰਜ਼ਾ ਲਈ ਜਾਂਦੇ ਹੋ ਮਗਰ ਇਸ਼ਤਿਹਾਰ 2 ਕਰੋੜ ਦਾ ਡੇਲੀ ਦਿੰਦੇ ਹੋ, ਉਹ ਵੀ ਜਾ ਕੇ ਦਿੰਦੇ ਹੋ ਗੁਜਰਾਤ, ਹਿਮਾਚਲ, ਅੱਡ-ਅੱਡ ਥਾਵਾਂ ਦੇ ਦੇਸ਼ ਦੇ। ਉੱਥੇ ਕੀ ਫਾਇਦਾ? ਪੰਜਾਬ ਦੇ ਖਜ਼ਾਨੇ ਨੂੰ ਲੁਟਾ ਰਹੇ ਹੋ। ਫਿਰ ਤੁਸੀਂ ਕਹਿੰਦੇ ਹੋ ਅਸੀਂ ਹੈ ਆਮ ਆਦਮੀ ਮਗਰ ਚੜ੍ਹਨਾ ਅਸੀਂ 2 ਕਰੋੜ ਦੀ ਗੱਡੀ 'ਚ, ਹੈ ਅਸੀਂ ਆਮ ਆਦਮੀ ਮਗਰ ਜਹਾਜ਼ ਅਸੀਂ ਲੈਣਾ, ਹੁਣ ਹੈ ਅਸੀਂ ਆਮ ਆਦਮੀ ਮਗਰ ਰੱਖਣੀ ਅਸੀਂ 2-2 ਹਜ਼ਾਰ ਸਿਕਿਉਰਿਟੀ 'ਚ ਬੰਦਾ, ਹੈ ਅਸੀਂ ਆਮ ਆਦਮੀ ਮਗਰ ਸਾਡੀ ਸਾਰੇ ਟੱਬਰ ਨੂੰ ਸਿਕਿਉਰਿਟੀ Z+ ਚਾਹੀਦੀ ਆ। ਕੇਜਰੀਵਾਲ ਸਾਹਿਬ ਤੇ 100 ਬੰਦਾ ਲਾਇਆ ਹੋਇਆ ਪੰਜਾਬ ਦੇ ਖਜ਼ਾਨੇ 'ਚ, ਕਿਉਂ? ਔਰ ਜੋ ਹਾਲਾਤ ਨੇ ਵੇਖੋ, ਕਿਸੇ ਨੂੰ ਕਹਿੰਦੇ ਪ੍ਰੋਟੈਕਸ਼ਨ ਉਹਨੂੰ ਦਿੰਦੇ ਆ ਜਿਹਨੂੰ ਇਹ ਆਪ ਇੰਟੈਲੀਜੈਂਸ ਕਹਿੰਦੀ ਕਿ ਇਹਨੂੰ ਖਤਰਾ, ਤੇ ਸਵੇਰੇ ਤੇ ਆ ਕੇ ਉਹਨੂੰ ਕੋਈ ਗੱਡੀ। ਮੈਂ ਬੀਬੀ ਜੀ ਨੂੰ ਪੁੱਛਣਾ ਚਾਹੁੰਦਾ, ਕਾਂਗਰਸ ਦੀ ਤੁਸੀਂ ਮਦਦ ਲੈ ਲਈ, ਇੱਕ ਹੱਥ 'ਚ ਪੰਜਾ ਫੜ ਲਿਆ, ਇੱਕ ਹੱਥ 'ਚ ਕਮਲ ਦਾ ਫੁੱਲ ਫੜ ਲਿਆ, ਤੇ ਟਾਈਟਲਰ ਨੂੰ ਹੁਣ ਕਾਂਗਰਸ ਨੇ ਫੇਰ ਜ਼ਿੰਮੇਵਾਰੀ ਦਿੱਤੀ ਆ ਵੱਡੀ ਦਿੱਲੀ 'ਚ। ਤੇ ਬੀਬੀ ਜੀ ਤੁਸੀਂ 84 ਦੀ ਗੱਲ ਨਾਲ ਫਿਰ ਸਹਿਮਤ ਹੋ? ਅੱਜ ਕਾਂਗਰਸ ਨਾਲ ਹੱਥ ਮਿਲਾ ਲਿਆ ਆਪਦੀ ਪ੍ਰਧਾਨਗੀ ਕਰਕੇ। ਵੇਖੋ ਮੈਨੂੰ ਇਸ ਗੱਲ ਤੋਂ ਦੁੱਖ ਹੁੰਦਾ ਕਿ ਕੋਈ ਪੰਥ ਦੀ ਗੱਲ ਕਰੇ ਤੇ ਜਗਦੀਸ਼ ਟਾਈਟਲਰ ਨੂੰ ਜਿਹੜੇ ਅਹੁਦੇ ਦੇਵੇ ਗਾਂਧੀ ਪਰਿਵਾਰ ਨਾਲ, ਉਹਨਾਂ ਨਾਲ ਤਾਂ ਤੁਸੀਂ ਹੱਥ ਸਾਂਝੇ ਕਰ ਲਏ, ਮਗਰ ਇੱਕ ਗੱਲ ਤੇ ਗੁਰੂ ਸਾਹਿਬ ਦੀ ਐਡੀ ਕਿਰਪਾ ਸੱਚੇ ਪਾਤਸ਼ਾਹ ਦੀ ਕਿ ਗੁਰੂ ਸਾਹਿਬ ਨੇ ਇਹਨਾਂ ਦੇ ਚਿਹਰੇ ਨੰਗੇ ਕਰਤੇ, ਪਰਦਾ ਫਾਸ਼ ਕਰਤਾ। ਲੌਂਗੋਵਾਲ ਸਾਹਿਬ ਦੀ ਇਲੈਕਸ਼ਨ ਸੀ, ਆ ਮੈਨੂੰ ਲੱਗਦਾ 18 ਦਾ ਬਿਆਨ ਹੈ, ਉਹ ਤਾਇਤ ਕਰਦੇ ਆ ਬੀਬੀ ਜਗੀਰ ਕੌਰ ਕਿ ਮੈਂ ਨਾਂ ਪੇਸ਼ ਕਰਦੀ ਹਾਂ ਲੌਂਗੋਵਾਲ ਸਾਹਿਬ ਦਾ,
ਤੇ ਦਾਦੂਵਾਲ ਨੂੰ ਕਿਸੇ ਨੇ ਪੁੱਛ ਲਿਆ ਤੇ ਦਾਦੂਵਾਲ ਸਾਹਿਬ ਦੇ ਕੀ ਬਿਆਨ ਹੈ ਮੈਂ ਤੁਹਾਨੂੰ ਸੁਣਾ ਦੇਣਾ। ਤੇ ਹੁਣ ਦਾਦੂਵਾਲ ਕਹਿੰਦਾ ਕਿ ਬਹੁਤ ਚੰਗੀ ਹੈ। ਕਿਹਨੇ ਕਿਹਾ? ਖੱਟਰ ਸਾਹਿਬ ਨੇ ਕਿਹਾ, ਉਹਦੇ ਆਖੇ ਕਹੀ ਜਾਂਦੇ। ਮੇਰਾ ਵੀਰ, ਇਹ ਜੋ ਹਾਲਾਤ ਬਣੇ ਨੇ, ਇਹਨਾਂ ਦੇ ਜੋ ਚਿਹਰੇ ਨੰਗੇ ਹੋਏ ਆ ਐਂਟੀ ਪੰਥਕ ਫੋਰਸਿਸ ਦੇ, ਮੈਂ ਇੱਕ ਇੱਕ ਮੈਂਬਰ ਦੇ ਧੰਨਵਾਦੀ ਆ ਜਿਨ੍ਹਾਂ ਨੇ ਪੰਥ ਦੇ ਵਾਸਤੇ, ਕੌਮ ਵਾਸਤੇ, ਭਾਵੇਂ ਉਹਨਾਂ ਨੂੰ ਲਾਲਚਾਂ ਚੱਕ ਦਿੱਤੇ ਗਏ, ਕਦੇ ਪਹਿਲਾਂ ਨਹੀਂ ਸੁਣਿਆ ਕਿ ਜੀ 25 ਲੱਖ ਲੈ ਲਓ, 15 ਲੱਖ ਲੈ ਲਓ। ਕਾਂਗਰਸ ਵੀ ਉਹਨਾਂ ਦੀ ਮਦਦ ਤੇ, ਭਾਜਪਾ ਵੀ ਉਹਨਾਂ ਦੀ ਮਦਦ ਤੇ, ਸੋ ਕਾਲਡ ਪੰਥਕ ਵੀ ਉਹਨਾਂ ਦੀ ਮਦਦ ਤੇ ਅਖੀਰਲਾ ਰਿਜ਼ਲਟ ਕੀ ਨਿਕਲਿਆ? ਰੁਕ ਕਰਦੇ ਅਗਲੀ ਵੱਡੀ ਖਬਰ ਦਾ। ਖਬਰ ਕਰਨਾਲ ਦੇ ਨਾਲ ਜੁੜੀ ਹੋਈ, ਜਿੱਥੇ ਕਿ ਪੰਚਾਇਤੀ ਚੋਣ ਦੇ ਦੌਰਾਨ ਹੰਗਾਮਾ ਹੋਇਆ ਹੈ। ਘਰੌਂਡਾ ਦੇ ਸੰਜੇ ਨਗਰ ਦੇ ਵਿੱਚ ਪੁਲਿਸ ਦੇ ਨਾਲ ਲੋਕ ਭਿੜੇ ਨੇ। ਵੋਟਿੰਗ ਸੈਂਟਰ ਦੇ ਬਾਹਰ ਤਣਾਅ ਦਾ ਮਾਹੌਲ ਬਣਿਆ ਹੋਇਆ। ਵੋਟਿੰਗ ਸੈਂਟਰ ਤੇ ਫਿਲਹਾਲ ਵੋਟਿੰਗ ਵੀ ਰੋਕ ਦਿੱਤੀ ਗਈ ਹੈ। ਮੌਕੇ ਤੇ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਹੈ। ਸੋ ਹਰਿਆਣਾ ਦੇ ਕਰਨਾਲ ਦੇ ਨਾਲ ਜੁੜੀ ਵੱਡੀ ਖਬਰ ਹੈ, ਜਿੱਥੇ ਕਿ ਪੰਚਾਇਤੀ ਚੋਣ ਦੇ ਦੌਰਾਨ ਹੰਗਾਮਾ ਹੋਇਆ। ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਘਰੌਂਡਾ ਦੇ ਸੰਜੇ ਨਗਰ ਦੇ ਵਿੱਚ ਦਰਅਸਲ ਲੋਕ ਪੁਲਿਸ ਦੇ ਨਾਲ ਭਿੜਦੇ ਹੋਏ ਨਜ਼ਰ ਆਏ ਵੋਟਿੰਗ ਸੈਂਟਰ ਦੇ ਬਾਹਰ, ਜਿਸ ਤੋਂ ਬਾਅਦ ਤਣਾਅ ਦਾ ਮਾਹੌਲ ਬਣ ਗਿਆ ਹੈ। ਵੋਟਿੰਗ ਸੈਂਟਰ ਤੇ ਇਸ ਹੰਗਾਮੇ ਦੇ ਬਾਅਦ ਵੋਟਿੰਗ ਵੀ ਰੋਕ ਦਿੱਤੀ ਗਈ ਹੈ ਤੇ ਮੌਕੇ ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ। ਸੁਰੱਖਿਆ ਦੇ ਲਿਹਾਜ਼ ਦੇ ਨਾਲ ਪੁਖਤਾ ਬੰਦੋਬਸਤ ਕੀਤੇ ਗਏ ਨੇ। ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਨਜ਼ਰ ਆ ਰਹੇ, ਉੱਥੇ ਹੀ ਆਮ ਲੋਕਾਂ ਦਾ ਵੱਡਾ ਇਕੱਠ ਨਜ਼ਰ ਆ ਰਿਹਾ। ਦਰਅਸਲ ਪੰਚਾਇਤੀ ਚੋਣਾਂ ਦੇ ਦੌਰਾਨ ਇਹ ਹੰਗਾਮਾ ਹੋਇਆ ਹੈ। ਘਰੌਂਡਾ ਦੇ ਸੰਜੇ ਨਗਰ ਦੇ ਵਿੱਚ ਪੁਲਿਸ ਦੇ ਨਾਲ ਹੀ ਲੋਕ ਭਿੜਦੇ ਹੋਏ ਨਜ਼ਰ ਆਏ। ਇਹ ਤਸਵੀਰਾਂ ਜਿਹੜੀਆਂ ਕਰਨਾਲ ਤੋਂ ਨੇ ਕੈਮਰੇ 'ਚ ਕੈਦ ਹੋਈਆਂ ਨੇ। ਇਸੇ ਖਬਰ ਤੇ ਜਿਹੜਾ ਜਾਣਕਾਰੀ ਲਈ ਸਾਡੇ ਸਹਿਯੋਗੀ ਹਿਮਾਂਸ਼ੂ नारंग जुड़े हुए ने। हिमांशु, फिलहाल ताजा जानकारी, ताजा स्थिति कैसी है? फिलहाल तनाव का माहौल है और कुछ देर के लिए वोटिंग रोक दी गई है ताकि स्थिति को नियंत्रण किया जा सके, काबू में किया जा सके और उसके बाद फिर से वोटिंग प्रक्रिया वहां पर शुरू हो जाएगी। दरअसल जो विवाद हुआ, क्योंकि पंचायत चुनाव है, गांव का चुनाव है, तो भीड़ काफी ज्यादा रहती है और हर उम्मीदवार का जो साथी है, सहयोगी है, वहां पर जुट जाता है। दरअसल पोलिंग जो स्टेशन है जहां पर वोटिंग हो रही है, वहां पर 2 से 3 उम्मीदवार गए हुए थे। एक उम्मीदवार और जाने की जिद करता है या फिर ये कहता है कि उन्हें बाहर निकाला जाए। जब पुलिसकर्मी उन दोनों उम्मीदवारों को जो अंदर गए हुए थे उन्हें बाहर निकालता है, तो इसी दौरान जो उम्मीदवार इस बात का विरोध कर रहा था वो भी उस पोलिंग स्टेशन में चला जाता है और इसी बात को लेकर पुलिस और ग्रामीणों में झड़प हो जाती है। एक पुलिसकर्मी की वहां पर हल्की पिटाई भी की गई है। शर्ट का जो बटन है वर्दी का वो भी तोड़ दिया गया है और जिसके चलते वहां पर ग्रामीणों को समझाया गया है, लेकिन ग्रामीणों की तरफ से लगातार विरोध किया जा रहा है और इसी के चलते वहां पर भारी संख्या में पुलिस बल बुलाया गया है। आज सुबह भी एक घटना और देखने को मिली थी जहां पर पोलिंग स्टेशन पर तलवारें चल जाती हैं। निसिंग का फतेहगढ़ गांव जहां पर 15 से 20 वोट डली थी सुबह के वक्त और उसी के बाद वहां पर 2 पक्षों में झड़प हो जाती है। तो बहुत सारे ऐसे संवेदनशील और अति संवेदनशील बूथ होते हैं जहां पर पुलिसकर्मी तो तैनात होते हैं, लेकिन जैसे जैसे शाम के 4 बजने लगते हैं या 5 बजने लगते हैं, यानी कि वोटिंग का टाइम जो खत्म होने लगता है, उसी दौरान ऐसी छुटपुट घटनाएं जरूर देखने को मिलती है। प्रशासन मुस्तैद है और 10 से 15 मिनट तक उम्मीद है कि वोटिंग प्रक्रिया एक बार फिर से शुरू हो जाएगी। ठीक है हिमांशु, पूरी जानकारी बहुत बहुत धन्यवाद। दरअसल करनाल ਦੀਆਂ ਅਸੀਂ ਆਪਣੇ ਦਰਸ਼ਕਾਂ ਨੂੰ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਪੰਚਾਇਤੀ ਚੋਣ ਦੇ ਦੌਰਾਨ ਇਹ ਹੰਗਾਮਾ ਹੋਇਆ। ਘਰੌਂਡਾ ਦੇ ਸੰਜੇ ਨਗਰ ਦੇ ਵਿੱਚ ਕੁਝ ਲੋਕ ਪੁਲਿਸ ਦੇ ਨਾਲ ਭਿੜਦੇ ਹੋਏ ਨਜ਼ਰ ਆਏ ਵੋਟਿੰਗ ਸੈਂਟਰ ਦੇ ਬਾਹਰ, ਜਿਸ ਤੋਂ ਬਾਅਦ ਤਣਾਅ ਦਾ ਮਾਹੌਲ ਬਣ ਗਿਆ ਤੇ ਇਸ ਦੇ ਚੱਲਦਿਆਂ ਹੀ ਵੋਟਿੰਗ ਸੈਂਟਰ ਤੇ ਵੋਟਿੰਗ ਵੀ ਰੋਕ ਦਿੱਤੀ ਗਈ। ਜਿਵੇਂ ਕਿ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ ਕਿ 10-15 ਮਿੰਟ ਤੱਕ ਉਮੀਦ ਹੈ ਕਿ ਵੋਟਿੰਗ ਦੁਬਾਰਾ ਸ਼ੁਰੂ ਹੋਵੇਗੀ ਤੇ ਸੁਰੱਖਿਆ ਦੇ ਲਿਹਾਜ਼ ਦੇ ਨਾਲ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਵੀ ਤਾਇਨਾਤੀ ਕੀਤੀ ਗਈ ਹੈ। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਰੋਡਵੇਜ਼ ਮੁਲਾਜ਼ਮਾਂ ਦੀ। ਪੰਜਾਬ ਭਰ ਦੇ ਵਿੱਚ ਰੋਡਵੇਜ਼ ਮੁਲਾਜ਼ਮਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਨੇ 2 ਘੰਟੇ ਤੱਕ ਬੱਸ ਸਟੈਂਡ ਦੇ ਮੇਨ ਗੇਟ ਬੰਦ ਰੱਖੇ ਤੇ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਰੋਡਵੇਜ਼ ਦੇ ਕਾਮੇ ਨੌਕਰੀ ਤੋਂ ਕੱਢੇ ਗਏ ਕੰਡਕਟਰ ਦੇ ਹੱਕ ਦੇ ਵਿੱਚ ਲਾਮਬੰਦ ਹੋਏ ਨੇ। ਬਟਾਲਾ ਦੇ ਇਸ ਕੰਡਕਟਰ ਨੂੰ ਇਸ ਦੇ ਲਈ ਕੱਢਿਆ ਗਿਆ ਕਿਉਂਕਿ ਇੱਕ ਚੈਕਿੰਗ ਦੇ ਦੌਰਾਨ ਪ੍ਰਵਾਸੀ ਮਜ਼ਦੂਰ ਦੇ ਕੋਲ ਟਿਕਟ ਨਹੀਂ ਸੀ ਮਿਲੀ। ਮੁਲਾਜ਼ਮਾਂ ਨੇ ਸਰਕਾਰ ਤੋਂ ਕੱਚੇ ਕਾਮਿਆਂ ਨੂੰ ਪੱਕਾ ਕਰਨ ਅਤੇ ਤਨਖਾਹਾਂ ਵਧਾਉਣ ਦੀ ਵੀ ਮੰਗ ਕੀਤੀ ਹੈ। ਤਸਵੀਰਾਂ ਤੁਹਾਨੂੰ ਵਿਖਾ ਰਹੇ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਮੋਗਾ, ਫਾਜ਼ਿਲਕਾ ਤੇ ਫਿਰੋਜ਼ਪੁਰ ਦੀਆਂ, ਜਿੱਥੇ ਕਿ ਰੋਡਵੇਜ਼ ਮੁਲਾਜ਼ਮ ਸੜਕਾਂ ਤੇ ਉਤਰੇ ਤੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ।
ਪਹਿਲਾਂ ਤਾਂ ਸਾਡੇ ਡਿਪੂ ਦੇ ਜਿਹੜੇ 15 ਮੁਲਾਜ਼ਮਾਂ ਦੇ ਨਜਾਇਜ਼ ਤੌਰ ਤੇ ਬਿਨਾਂ ਵਜ੍ਹਾ ਤੋਂ ਉਹਨਾਂ ਦੀਆਂ ਬਦਲੀਆਂ ਕਰਤੀਆਂ। ਪਹਿਲਾਂ ਤਾਂ ਮੈਨੇਜਮੈਂਟ ਨੇ ਸਾਨੂੰ ਭਿਣਕ ਹੀ ਨਹੀਂ ਲੱਗਣ ਦਿੱਤੀ। ਫਿਰ ਛੁੱਟੀ ਤੋਂ ਇੱਕ ਦਿਨ ਪਹਿਲਾਂ, ਜਿੱਦਣ ਛੁੱਟੀ ਸੀ ਗੁਰਪੁਰਬ ਦੀ, ਉਸ ਤੋਂ ਇੱਕ ਦਿਨ ਪਹਿਲਾਂ ਉਹ ਫਰਮਾਨ ਜਾਰੀ ਕਰਤਾ। ਉਹਦੇ ਬਾਅਦ ਅਸੀਂ ਨੋਟਿਸ ਦਿੱਤਾ। ਇੱਕ ਵਾਰੀ ਉਹਨਾਂ ਨੇ ਇੱਕ ਬਦਲੀਆਂ ਰੋਕ ਵੀ ਦਿੱਤੀਆਂ, ਪਰ ਜੀਐਮ ਸਾਡੇ ਸਾਹਿਬ ਡਾਇਰੈਕਟਰ ਮੈਡਮ ਕੋਲ ਵੀ ਗਏ, ਪਰ ਉਹਨੇ ਕੋਈ ਵੀ ਸਾਡੀ ਸੁਣਵਾਈ ਨਹੀਂ ਕੀਤੀ। ਕੱਲ੍ਹ ਤੋਂ ਜਿਹੜੀ ਹੜਤਾਲ ਹੈ ਉਹ ਜਾਰੀ ਹੈ। ਇਸ ਟਾਈਮ ਸਾਰੇ ਦੇ ਸਾਰੇ ਪੰਜਾਬ ਦੇ ਸਾਰੇ 18 ਦੇ 18 ਡਿਪੂ ਬੰਦ ਨੇ। ਸਵਾਰੀਆਂ ਦੇ ਵਿਦ ਪ੍ਰੂਫ ਜੀਐਮ ਸਾਹਿਬ ਬਟਾਲਾ ਨੂੰ ਤੇ ਉਹ ਸਵਾਰੀ ਵੀ ਪੇਸ਼ ਕਰਾ ਚੁੱਕੇ ਆ ਕਿ ਇਹ ਸਵਾਰੀ ਨੇ ਟਿਕਟ ਖੁਦ ਨਹੀਂ ਲਈ ਤੇ ਉਹ ਸਵਾਰੀ ਜੁਰਮਾਨਾ ਭਰਨ ਨੂੰ ਵੀ ਤਿਆਰ ਹੈ, ਪਰੰਤੂ ਜਿਹੜੀ ਸਾਡੀ ਮੈਨੇਜਮੈਂਟ ਵਾ ਉਹ ਸਾਥੀ ਦੀ ਕੋਈ ਵੀ ਸਾਰ ਨਹੀਂ ਲੈਣ ਡਈ, ਜਿਸ ਦੇ ਰੋਸ ਵਜੋਂ ਪੂਰੇ ਪੰਜਾਬ ਦੇ 18 ਡਿਪੂ ਜਿਹੜੇ ਬੰਦ ਕੀਤੇ ਗਏ ਆ। ਜਦੋਂ ਤੱਕ ਉਹ ਸਾਥੀ ਜਿਹੜਾ ਸਾਡਾ ਉਹ ਬਹਾਲ ਨਹੀਂ ਹੋ ਜਾਂਦਾ, ਉਦੋਂ ਤੱਕ ਪੂਰਾ ਪੰਜਾਬ ਜਿਹੜੇ ਪੰਜਾਬ ਦੇ ਡਿਪੂ ਆ ਬੰਦ ਰਹਿਣ। ਹੜਤਾਲ ਚਲੋ ਸਾਨੂੰ ਸਰਕਾਰੀ ਨਹੀਂ ਮਿਲਦੀ, ਅਸੀਂ ਪ੍ਰਾਈਵੇਟ ਤੇ ਚਲਾਉਣ ਨਾ, ਪ੍ਰਾਈਵੇਟ ਹੀ ਇਹਨੇ ਚਲਾਦੇ ਪਏ, ਉਹ ਵੀ ਕਹਿੰਦੇ ਨਹੀਂ ਜਾਣੀਆਂ ਨਹੀਂ ਜਾਣੀਆਂ। ਕਿੰਨੇ ਕੁ ਪਰੇਸ਼ਾਨ ਹੋਏ ਪਏ? ਪਰੇਸ਼ਾਨ ਤੇ ਮੇਰੇ ਕਾਫੀ ਜ਼ਿਆਦਾ ਪਏ, ਜੇ ਆਧਾਰ ਕਾਰਡ ਨਹੀਂ ਮਿਲਦੀਆਂ ਤੇ ਚੱਲ ਦੂਜੀਆਂ ਤੇ ਚੱਲਣ, ਦੂਜੀਆਂ ਵੀ ਨਹੀਂ ਚਲਦੀਆਂ ਪਈਆਂ। ਅਸੀਂ ਸ੍ਰੀ ਮੁਕਤਸਰ ਤੋਂ ਆਏ ਆ ਤੇ ਅੱਜ ਅਸੀਂ ਚੰਡੀਗੜ੍ਹ ਪੇਪਰ ਦੇਣ ਜਾਣਾ ਸੀਗਾ। ਹਾਂ ਤੇ ਸਾਨੂੰ ਇਹ ਬੱਸਾਂ ਦੀ ਦਿੱਕਤ ਬਹੁਤ ਆ ਰਹੀ ਹੈ ਜੀ। ਧਰਨੇ ਕਰਕੇ ਧਰਨਾ ਲੱਗਾ ਹੋਇਆ? ਹਾਂਜੀ ਧਰਨਾ ਲੱਗਾ ਹੈ, ਪੂਰਾ ਜਾਮ ਹੈ ਬੱਸ ਅੱਡਾ। ਕੋਈ ਬੱਸਾਂ ਸਰਕਾਰੀ ਨਹੀਂ ਮਿਲਦੀਆਂ ਹੈਗੀਆਂ? ਕੋਈ ਵੀ ਨਹੀਂ ਮਿਲ ਰਹੀ ਜੀ, ਜਿਹੜੀ ਮਿਲ ਰਹੀ ਹੈ ਬਹੁਤ ਭਰੀਆਂ। ਸਾਡੀ ਜਨਤਾ ਬਹੁਤ ਪਰੇਸ਼ਾਨ ਹੋ ਰਹੀ ਆ। ਬਹੁਤ ਜ਼ਿਆਦਾ ਔਖੀਆਂ ਜੀ। ਅਸੀਂ ਪੜ੍ਹ ਕੇ ਲਿਖ ਕੇ ਵੇਖ ਲਓ, ਮਿਹਨਤ ਕਰਕੇ ਹੁਣ ਅਸੀਂ ਪੇਪਰ ਦੇਣ ਜਾਣਾ, ਸਾਨੂੰ ਬੱਸਾਂ ਨਹੀਂ ਮਿਲਦੀਆਂ ਪਈਆਂ। ਰੁਕ ਕਰਦੇ ਅਗਲੀ ਖਬਰ ਦਾ। ਮਾਨਸਾ ਦੇ ਪਿੰਡ ਰਾਏਪੁਰ ਦੀ ਨਹਿਰ ਦੇ ਵਿੱਚ ਪਾੜ ਪੈ ਗਿਆ। ਸੈਂਕੜੇ ਏਕੜ ਝੋਨੇ ਦੀ ਫਸਲ ਇਸ ਦੌਰਾਨ ਬਰਬਾਦ ਹੋ ਗਈ ਹੈ। ਲੋਕਾਂ ਦੇ ਘਰਾਂ ਦੇ ਅੰਦਰ ਵੀ ਪਾਣੀ ਦਾਖਲ ਹੋ ਚੁੱਕਾ ਹੈ। ਫਸਲ ਖਰਾਬ ਹੋਣ ਦੇ ਨਾਲ ਕਿਸਾਨ ਪਰੇਸ਼ਾਨ ਨੇ। ਕਿਸਾਨਾਂ ਵੱਲੋਂ ਖੁਦ ਹੀ ਪਾੜ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਹਿਰੀ ਵਿਭਾਗ ਦੇ ਅਧਿਕਾਰੀਆਂ ਤੇ ਗੰਭੀਰ ਇਲਜ਼ਾਮ ਹੀ ਲੋਕਾਂ ਦੇ ਵੱਲੋਂ ਲਗਾਏ ਜਾ ਰਹੇ ਨੇ। ਪਾੜ ਭਰਨ ਦੇ ਲਈ ਨਹੀਂ ਪਹੁੰਚੇ ਨਹਿਰੀ ਵਿਭਾਗ ਦੇ ਅਧਿਕਾਰੀ। ਲੋਕਾਂ ਦਾ ਕਿਸਾਨਾਂ ਦਾ ਇਲਜ਼ਾਮ ਹੈ ਕਿ ਪਾੜ ਭਰਨ ਦੇ ਲਈ ਨਹਿਰੀ ਵਿਭਾਗ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ। ਕਿਸੇ ਵੀ ਅਧਿਕਾਰੀ ਦੇ ਵੱਲੋਂ ਉਹਨਾਂ ਦੀ ਸਾਰ ਨਹੀਂ ਲਈ ਗਈ। ਕਿਸਾਨਾਂ ਨੇ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ। ਮਾਨਸਾ ਦੇ ਪਿੰਡ ਰਾਏਪੁਰ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਰਹੇ, ਜਿੱਥੇ ਕਿਨਾਰੇ ਦੇ ਵਿੱਚ ਅਚਾਨਕ ਪਾੜ ਪੈ ਗਿਆ, ਜਿਸ ਕਾਰਨ ਸੈਂਕੜੇ ਏਕੜ ਝੋਨੇ ਦੀ ਫਸਲ ਜਿਹੜੀ ਆ ਉਹ ਬਰਬਾਦ ਹੋ ਗਈ ਹੈ ਤੇ ਲੋਕਾਂ ਦੇ ਘਰਾਂ ਦੇ ਅੰਦਰ ਵੀ ਪਾਣੀ ਦਾਖਲ ਹੋ ਚੁੱਕਾ ਹੈ। ਫਸਲ ਖਰਾਬ ਹੋਣ ਦੇ ਨਾਲ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਨੇ। ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਤੁਸੀਂ ਵੇਖ ਸਕਦੇ ਹੋ ਕਿ ਕਿਸਾਨਾਂ ਦੇ ਵੱਲੋਂ ਖੁਦ ਹੀ ਮੋਰਚਾ ਸੰਭਾਲਿਆ ਹੋਇਆ ਤੇ ਖੁਦ ਹੀ ਪਾੜ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਹੀ ਅਧਿਕਾਰੀਆਂ ਤੇ ਵੀ ਕਿਸਾਨਾਂ ਨੇ ਇਲਜ਼ਾਮ ਲਗਾਏ ਨੇ ਕਿ ਕਿਸੇ ਵੀ ਅਧਿਕਾਰੀ ਨੇ ਮੌਕੇ ਤੇ ਪਹੁੰਚ ਕੇ ਪਾੜ ਭਰਨ ਦੀ ਕੋਸ਼ਿਸ਼ ਨਹੀਂ ਕੀਤੀ। ਕਿਸਾਨਾਂ ਦੀ ਕੋਈ ਵੀ ਸਾਰ ਨਹੀਂ ਲਈ ਗਈ। ਰਾਤ 3:30 ਵਜੇ ਦਾ ਟੁੱਟਿਆ ਹੈ। ਇਹਦੇ ਨਾਲ ਜਿਹੜਾ ਨੁਕਸਾਨ ਹੈ ਉਹ ਤੁਹਾਡੇ ਸਾਹਮਣੇ ਹੈ। ਫਸਲਾਂ ਵੀ ਹਜੇ ਜਿਹੜੀਆਂ ਜੇਰੀਆਂ ਸੀ ਉਹ ਵੀ ਖੜੀਆਂ, ਨਰਮੇ ਵੀ ਖੜੇ ਹੈ। ਬਾਕੀ ਘਰਾਂ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੈ ਤੇ 3:30 ਵਜੇ ਦਾ ਟੁੱਟਿਆ। ਹਜੇ ਤਾਂ ਪ੍ਰਸ਼ਾਸਨ ਵੱਲੋਂ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਮਦਦ ਨਹੀਂ ਕੀਤੀ ਗਈ। ਇਹ ਪਿੰਡ ਜਿਹੜਾ ਆਪਸੀ ਭਾਈਚਾਰਕ ਤੌਰ ਤੇ ਇਕੱਠਾ ਹੋ ਕੇ ਸਾਰੀ ਪੰਚਾਇਤ ਹੈ ਪਿੰਡ ਦੀ, ਹੋਰ ਪਿੰਡਾਂ ਦੇ ਵੀ ਸੰਗਤ ਹੈ, ਸਾਰੇ ਆਪਦੇ ਖਰਚੇ ਨਾਲ, ਆਪਦੇ ਸਾਧਨਾਂ ਨਾਲ, ਆਪਦੀ ਹਿੰਮਤ ਨਾਲ ਬੰਦ ਕਰ ਰਹੇ ਨੇ। ਰੁਕ ਕਰਦੇ ਅਗਲੀ ਖਬਰ ਦਾ। ਮਾਛੀਵਾੜਾ ਦੇ ਪਿੰਡ ਮੰਡ ਚੜੌਦੀ ਦੌਲਤਪੁਰ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅੱਗ ਲੱਗ ਗਈ ਤੇ 7 ਝੁੱਗੀਆਂ ਸੜ ਗਈਆਂ। ਮਜ਼ਦੂਰਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਸੜਕੇ ਸੁਆਹ ਹੋ ਚੁੱਕਿਆ ਇਹ ਸਭ ਕਿਸੇ ਦਾ ਆਸ਼ਿਆਨਾ ਸੀ, ਘਰ ਸੀ, ਕੰਮ ਤੋਂ ਥੱਕ ਹਾਰ ਕੇ ਆ ਕੇ ਆਰਾਮ ਕਰਨ ਦਾ ਵਸੀਲਾ ਸੀ, ਪਰ ਹੁਣ ਬਚੀ ਹੈ ਬਸ ਸੁਆਹ। ਕੋਲ ਬਿਜਲੀ ਦੇ ਖੰਭੇ 'ਚ ਸ਼ਾਰਟ ਸਰਕਟ ਹੋ ਕੇ ਮਾਛੀਵਾੜਾ ਨੇੜਲੇ ਪਿੰਡ ਦੌਲਤਪੁਰ 'ਚ 7 ਝੁੱਗੀਆਂ ਨੂੰ ਅੱਗ ਲੱਗ ਗਈ ਤੇ ਕੁਝ ਵੀ ਨਹੀਂ ਬਚਿਆ ਸਿਵਾਏ ਪ੍ਰਵਾਸੀ ਮਜ਼ਦੂਰਾਂ ਦੇ ਹੰਝੂਆਂ ਦੇ। ਕਿਸੇ ਪ੍ਰਵਾਸੀ ਮਜ਼ਦੂਰ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਜੋ ਕੁਝ ਵੀ ਉਹਨਾਂ ਨੇ ਜੋੜਿਆ ਸੀ ਉਹ ਕੁਝ ਵੀ ਨਹੀਂ ਬਚਿਆ। ਮੋਟਰਸਾਈਕਲ ਸੁਆਹ ਹੋ ਗਿਆ, ਪੈਸੇ ਵੀ ਰਾਖ ਹੋ ਗਏ, 7 ਬੱਕਰੀਆਂ ਵੀ ਅੱਗ 'ਚ ਝੁਲਸ ਕੇ ਮਰ ਗਈਆਂ। ਜਿਸ ਸਮੇਂ ਅੱਗ ਲੱਗੀ ਪ੍ਰਵਾਸੀ ਮਜ਼ਦੂਰ ਕੰਮ ਤੇ गए हुए सी। यहाँ पर 40-45 साल हो गया। मोटरसाइकिल 1 लाख का, तो मोटरसाइकिल जड़ गया, बकरी जड़ गया 1 लाख का। परसों लिया उससे 20,000 रुपये ब्याज पर लिया, वो भी सारे जल गया मेरा। ਇਹ ਘਟਨਾ ਗਰੀਬ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਵਾਪਰੀ ਹੈ। ਕਿਸ ਦੀ ਲਾਪਰਵਾਹੀ ਨਾਲ ਇਹ ਘਟਨਾ ਵਾਪਰੀ, ਕਿ ਇਸ ਦੀ ਜਾਂਚ ਹੋਏਗੀ, ਇਹ ਵੀ ਆਪਣੇ ਆਪ 'ਚ ਸਵਾਲ ਹੈ। ਪਰਿਵਾਰ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ। ਮਾਛੀਵਾੜਾ ਤੋਂ ਗੁਰਦੀਪ ਸਿੰਘ, ਨਿਊਜ਼ 18।